ਦੁਨੀਆ ਦੇ ਅੰਦਰ ਜਿਤਨੇ ਵੀ ਟੀਕੇ ਹੋਏ ਹਨ, ਜਪਜੀ ਸਾਹਿਬ ਦਾ ਟੀਕਾ ਸਭ ਤੋਂ ਵੱਧ ਹੋਇਆ ਹੈ ਅਤੇ ਜਪਜੀ ਸਾਹਿਬ ਦੇ ਅਰਥ ਬਹੁਤ ਵਿਦਵਾਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਕੀਤੇ ਹਨ। ਲੇਕਿਨ ਆਪ ਸਾਰਿਆਂ ਦੀ ਮੰਗ ਦੇ ਆਧਾਰ ਤੇ ਜਪਜੀ ਸਾਹਿਬ ਦੇ ਲੜੀਵਾਰ ਅਰਥ ਪ੍ਰਾਰੰਭ ਕੀਤੇ ਹਨ। ਹੁਣ ਤੱਕ ਅਸੀਂ ਮੂਲ ਮੰਤਰ ਅਤੇ ਮੰਗਲਾਚਰਨ ਦੇ ਅਰਥ ਕਰ ਚੁੱਕੇ ਹਾਂ। ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅਰਥ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਆਓ ਪਹਿਲਾਂ ਰਲ ਕੇ ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰ ਲਈਏ, ਫਿਰ ਆਪਾਂ ਸਾਰੇ ਮਿਲ ਕੇ ਇਸ ਦੀ ਵਿਚਾਰ ਸਾਂਝੀ ਕਰਦੇ ਹਾਂ। ਸੋਚੈ ਸੋਚ ਨ ਹੋਵਈ, ਜੇ ਸੋਚੀ ਲਖਵਾਰ, ਚੁਪੈ ਚੁਪ ਨ ਹੋਵਈ, ਜੇ ਲਾਇ ਰਹਾ ਲਿਵਤਾਰ। ਭੁਖਿਆ ਭੁਖ ਨ ਉਤਰੇ, ਜੇ ਬੰਨਾ ਪੁਰੀਆਂ ਪਾਰ। ਸਹਿ ਸਿਆਣਪਾਂ ਲਖ ਹੋਹੈ, ਤਾਂ ਇਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਇਸ ਤੋਂ ਪਹਿਲਾਂ ਮੂਲ ਮੰਤਰ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ, ਜੋ ਸਾਡਾ ਮੂਲ ਮੰਤਰ ਹੈ। ਜਪ ਜੋ ਬਾਣੀ ਦਾ ਨਾਮ, ਜੋ ਬਾਣੀ ਆਪਾਂ ਵਿਚਾਰਨ ਜਾ ਰਹੇ ਹਾਂ। ਉਸ ਤੋਂ ਬਾਅਦ ਪਹਿਲਾ ਸ਼ਲੋਕ, ਜਾਂ ਜਿਸ ਨੂੰ ਆਪਾਂ ਮੰਗਲਾਚਰਨ ਵੀ ਆਖਦੇ ਹਾਂ। ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਤੱਕ ਦੇ ਅਰਥ ਆਪਾਂ ਸਾਂਝੇ ਕਰ ਚੁੱਕੇ ਹਾਂ। ਪਹਿਲੀ ਪੌੜੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸਵਾਲ ਸਾਡੇ ਸਾਹਮਣੇ ਰੱਖਿਆ ਹੈ ਅਤੇ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਸੀ, ਇਹ ਸਵਾਲ ਕਿਸੇ ਇੱਕ ਮਨੁੱਖ ਦਾ ਨਹੀਂ ਹੋ ਸਕਦਾ, ਕਿਸੇ ਇੱਕ ਕੌਮ ਦਾ ਨਹੀਂ ਹੋ ਸਕਦਾ। ਇਹ ਪੂਰੀ ਮਨੁੱਖਤਾ ਦਾ ਸਵਾਲ ਹੈ। ਉਹ ਸਵਾਲ ਇਹ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਵਾਲ ਇਹ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਅਤੇ ਇਸ ਸਵਾਲ ਦਾ ਹੀ ਜਵਾਬ ਦੇਣ ਵਾਸਤੇ ਸਾਰਾ ਜਪਜੀ ਸਾਹਿਬ ਹੈ ਅਤੇ ਫਿਰ ਜਪਜੀ ਸਾਹਿਬ ਨੂੰ ਐਕਸਪਲੇਨ ਕਰਨ ਵਾਸਤੇ, ਚੰਗੀ ਤਰ੍ਹਾਂ ਹੋਰ ਖੋਲ ਕੇ ਸਮਝਾਉਣ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਮਿਹਰ ਕਰਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ। ਦੁਨੀਆ ਦੇ ਧਾਰਮਿਕ ਲੋਕ ਜੋ ਸਚਿਆਰਾ ਬਣਨ ਵਾਸਤੇ ਯਤਨ ਕਰਦੇ ਸਨ, ਜੋ ਰੀਤੀ ਰਿਵਾਜ ਕਰਦੇ ਸਨ, ਜੋ ਕਰਮਕਾਂਡ ਕਰਦੇ ਸਨ, ਜੋ ਤਰੀਕੇ ਪ੍ਰਚਲਿਤ ਸਨ, ਸਤਿਗੁਰਾਂ ਨੇ ਪਹਿਲਾਂ ਉਸ ਦਾ ਜ਼ਿਕਰ ਕੀਤਾ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਇੱਥੇ ਇਸ ਸੋਚ ਦਾ ਮਤਲਬ ਸ਼ੋਚ ਨਾਲ ਹੈ, ਭਾਵ ਸਫਾਈ ਨਾਲ ਹੈ, ਨਹਾਣ ਦੇ ਨਾਲ ਹੈ, ਸਰੀਰ ਨੂੰ ਸੁੱਚਾ ਰੱਖਣ ਦੇ ਨਾਲ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸਰੀਰ ਨੂੰ ਜਿਤਨਾ ਮਰਜ਼ੀ ਧੋ ਲਈਏ, ਜਿਤਨੇ ਮਰਜ਼ੀ ਇਸ਼ਨਾਨ ਕਰ ਲਈਏ, ਜਿਤਨੇ ਮਰਜ਼ੀ ਪਵਿੱਤਰ ਰੱਖਣ ਦੀ ਕੋਸ਼ਿਸ਼ ਕਰੀਏ, ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਦੀ ਜੋ ਮਲੀਨਤਾ ਹੈ ਉਹ ਦੂਰ ਨਹੀਂ ਹੁੰਦੀ, ਸਰੀਰ ਪਵਿੱਤਰ ਨਹੀਂ ਹੁੰਦਾ। ਕਿਉਂਕਿ ਪਵਿੱਤਰ ਮਨ ਨੇ ਹੋਣਾ ਹੈ, ਸ਼ਬਦ ਦੇ ਨਾਲ ਮਨ ਨੇ ਜੁੜਨਾ ਹੈ, ਨਾਮ ਦੇ ਨਾਲ ਮਨ ਨੇ ਜੁੜਨਾ ਹੈ। ਜਦੋਂ ਤੱਕ ਮਨ ਪਵਿੱਤਰ ਨਹੀਂ ਹੁੰਦਾ, ਮਨ ਨਿਰਮਲ ਨਹੀਂ ਹੁੰਦਾ, ਉਦੋਂ ਤੱਕ ਸਰੀਰ ਵੀ ਪਵਿੱਤਰ ਨਹੀਂ ਹੋ ਸਕਦਾ। ਇਸੇ ਕਾਰਨ ਕਰਕੇ ਹਿੰਦੁਸਤਾਨ ਦੇ ਅੰਦਰ ਉਸ ਸਮੇਂ ਬਹੁਤ ਸਾਰੇ ਧਾਰਮਿਕ ਤੀਰਥ ਸਨ, ਜਿੱਥੇ ਜਾ ਕੇ ਨਹਾਣ ਦੇ ਨਾਲ ਇਹ ਸਮਝਿਆ ਜਾਂਦਾ ਸੀ, ਹੁਣ ਮੇਰੇ ਪਿਛਲੇ ਪਾਪ ਖਤਮ ਹੋ ਗਏ ਹਨ ਅਤੇ ਮੈਂ ਪਵਿੱਤਰ ਹੋ ਗਿਆ ਹਾਂ। ਸਤਿਗੁਰੂ ਜੀ ਇਸ ਵਿਚਾਰਧਾਰਾ ਦਾ ਖੰਡਨ ਕਰਦੇ ਹਨ ਅਤੇ ਆਪ ਜੀ ਫਰਮਾਉਂਦੇ ਹਨ, ਇਸ ਤਰ੍ਹਾਂ ਕਰਨ ਦੇ ਨਾਲ ਮਨੁੱਖ ਸਚਿਆਰਾ ਨਹੀਂ ਬਣ ਸਕਦਾ। ਕਬੀਰ ਸਾਹਿਬ ਜੀ ਦੇ ਪਾਵਨ ਬਚਨ ਹਨ। ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਹਿਰਦੈ ਕਪਟ ਮੁਖ ਗਿਆਨੀ, ਝੂਠੈ ਕਹਾਂ ਬਲੋਗਸ ਪਾਨੀ। ਐ ਮਨੁੱਖ, ਤੇਰੇ ਹਿਰਦੇ ਵਿੱਚ ਤਾਂ ਕਪਟ ਹੈ, ਮੁਖ ਦੇ ਨਾਲ ਤੂੰ ਗਿਆਨਵਾਨ ਹੋਣ ਦੀ ਗੱਲ ਕਰਦਾ ਹੈ, ਤੂੰ ਤਾਂ ਸਿਰਫ ਪਾਣੀ ਹੀ ਰਿੜਕ ਰਿਹਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਧਰਮ ਦੀ ਸੱਚਾਈ ਦਾ ਤੈਨੂੰ ਕੋਈ ਵੀ ਤੱਤ ਪ੍ਰਾਪਤ ਨਹੀਂ ਹੋਵੇਗਾ। ਜੇਕਰ ਦੁੱਧ ਨੂੰ ਰਿੜਕਿਆ ਜਾਵੇ
ਤਾਂ ਮੱਖਣ ਦੀ ਪ੍ਰਾਪਤੀ ਹੁੰਦੀ ਹੈ, ਤੱਤ ਦੀ ਪ੍ਰਾਪਤੀ ਹੁੰਦੀ ਹੈ। ਜੇ ਆਪਾਂ ਪਾਣੀ ਹੀ ਰਿੜਕੇ ਜਾਈਏ ਤਾਂ ਉਸ ਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਪੀਤਰ ਹੈ ਮਲਣਾ। ਖਾਲੀ ਸ਼ੀਰ ਨੂੰ ਧੋਣ ਦੇ ਨਾਲ ਕੀ ਲਾਭ ਹੋਵੇਗਾ ਜਦੋਂ ਮਲੀਨਤਾ ਤੇਰੇ ਅੰਦਰ ਹੈ। ਕਬੀਰ ਸਾਹਿਬ ਜੀ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਹਨ, ਲੋਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਲੋਕੀ ਤੁੰਬੇ ਨੂੰ ਕਿਹਾ ਜਾਂਦਾ ਹੈ। ਤੁੰਬੇ ਦਾ ਇੱਕ ਫਲ ਹੁੰਦਾ ਹੈ, ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ। ਬਾਹਰੀ ਸ਼ਕਲ ਉਸਦੀ ਤਕਰੀਬਨ ਖਰਬੂਜੇ ਵਰਗੀ ਹੁੰਦੀ ਹੈ, तो देखने ਨੂੰ बड़ा अच्छा लगता है, लेकिन वो सुभाव ਦਾ ਬਹੁਤ ਕੌੜਾ ਹੈ, ਸਵਾਦ ਦਾ ਬਹੁਤ ਕੌੜਾ ਹੈ। ਹੁਣ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਕੁੜੱਤਨ ਉਸ ਤੁੰਬੇ ਦੇ ਅੰਦਰ ਹੈ। ਉਸ ਤੁੰਬੇ ਨੂੰ ਹੁਣ ਭਾਵੇਂ 68 ਤੀਰਥਾਂ ਦਾ ਆਪਾਂ ਇਸ਼ਨਾਨ ਵੀ ਕਰਵਾ ਲਈਏ, ਉਸ ਦੇ ਅੰਦਰ ਜੋ ਕੌੜਾਪਨ ਹੈ ਉਹ ਨਹੀਂ ਜਾਵੇਗਾ। ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੱਕ ਮਨੁੱਖ ਦਾ ਮਨ ਨਿਰਮਲ ਨਹੀਂ ਹੋਵੇਗਾ, ਮਨ ਦੇ ਅੰਦਰੋਂ ਮਲੀਨਤਾ ਨਹੀਂ ਜਾਵੇਗੀ, ਮਨ ਦੇ ਅੰਦਰੋਂ ਕੂੜ ਨਹੀਂ ਜਾਵੇਗਾ, ਉਦੋਂ ਤੱਕ ਉਹ ਪਵਿੱਤਰ ਨਹੀਂ ਹੋ ਸਕਦਾ। ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ। ਸੁਚਮਤਾ ਰੱਖਣ ਦੇ ਨਾਲ ਇਹ ਸਰੀਰ, ਇਹ ਮਨ ਪਵਿੱਤਰ ਨਹੀਂ ਹੋ ਜਾਂਦਾ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਬਾਣੀ ਵਿੱਚ ਇੱਕ ਹੋਰ ਜਗ੍ਹਾ ਫਰਮਾਉਂਦੇ ਹਨ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜਦੋਂ ਤੱਕ ਮਨ ਮੈਲਾ ਹੈ ਤਾਂ ਸਭ ਕੁਛ ਹੀ ਮੈਲਾ ਹੈ। ਸਰੀਰ ਧੋਣ ਦੇ ਨਾਲ ਇਹ ਮਨ ਪਵਿੱਤਰ ਨਹੀਂ ਹੋ ਜਾਵੇਗਾ, ਨਿਰਮਲ ਨਹੀਂ ਹੋ ਜਾਵੇਗਾ। ਦੂਸਰਾ ਸਾਧਨ ਧਾਰਮਿਕ ਦੁਨੀਆ ਦੇ ਲੋਕ ਇਹ ਵਰਤਦੇ ਸਨ ਕਿ ਸਚਿਆਰਾ ਹੋਣ ਵਾਸਤੇ ਉਹ ਚੁੱਪ ਧਾਰਨ ਕਰ ਲੈਂਦੇ ਸਨ, ਮੌਨ ਧਾਰਨ ਕਰ ਲੈਂਦੇ ਸਨ, ਸਮਾਜ ਨਾਲੋਂ ਟੁੱਟ ਜਾਂਦੇ ਸਨ। ਲੇਕਿਨ ਚੁੱਪ ਧਾਰਨ ਕਰਨ ਦੇ ਨਾਲ ਵੀ ਮਨ ਕਦੇ ਚੁੱਪ ਨਹੀਂ ਹੁੰਦਾ, ਮੌਨ ਧਾਰਨ ਕਰਨ ਦੇ ਨਾਲ ਵੀ ਮਨ ਕਦੇ ਮੌਨ ਨਹੀਂ ਹੁੰਦਾ। ਤਾਂ ਗੁਰਦੇਵ ਜੀ ਬਖਸ਼ਿਸ਼ ਕਰਦੇ ਹਨ, ਚੁੱਪੈ ਚੁੱਪ ਨਾ ਹੋਵੇਈ ਜੇ ਲਾਏ ਰਹਾਂ ਲਿਵਤਾਰ, ਭਾਵੇਂ ਮੈਂ ਅੱਖਾਂ ਬੰਦ ਕਰਕੇ ਬੈਠ ਜਾਵਾਂ। ਇਸ ਤਰ੍ਹਾਂ ਕਰਨ ਦੇ ਨਾਲ ਵੀ ਇਹ ਮਨ ਚੁੱਪ ਨਹੀਂ ਹੁੰਦਾ, ਮਨ ਸ਼ਾਂਤ ਨਹੀਂ ਹੁੰਦਾ, ਮਨ ਟਿਕਾਓ ਵਿੱਚ ਨਹੀਂ ਆ। ਅਗਲੀ ਪੰਕਤੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜੋ ਮਨ ਦੀ ਭੁੱਖ ਹੈ, ਦੁਨੀਆ ਦੇ ਪਦਾਰਥ ਇਕੱਠੇ ਕਰਨ ਦੇ ਨਾਲ ਮਨ ਦੀ ਭੁੱਖ ਦੂਰ ਨਹੀਂ ਹੁੰਦੀ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਮਨ ਦੀ ਭੁੱਖ ਤਾਂ ਹੀ ਬੁੱਝੇਗੀ ਜਦੋਂ ਗੁਰੂ ਦਾ ਸ਼ਬਦ ਜੀਵਨ ਦਾ ਆਧਾਰ ਬਣੇਗਾ, ਗੁਰੂ ਦੀ ਬਾਣੀ ਜੀਵਨ ਦਾ ਆਧਾਰ ਬਣੇਗੀ, ਪਰਮਾਤਮਾ ਦਾ ਨਾਮ ਜੀਵਨ ਦਾ ਆਧਾਰ ਬਣੇਗਾ ਅਤੇ ਹੁਕਮ ਵਿੱਚ ਰਹਿਣ ਦੀ ਜਾਚ ਸਾਨੂੰ ਆ ਜਾਵੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਭਾਵੇਂ ਮੈਂ ਸਾਰੇ ਸੰਸਾਰ ਦੇ ਪਦਾਰਥ ਹੀ ਕਿਉਂ ਨਾ ਬਣ ਲਵਾਂ, ਭਾਵੇਂ ਮੈਨੂੰ ਸੰਸਾਰ ਦਾ ਸਾਰਾ ਸੁੱਖ ਮਿਲ ਜਾਵੇ, ਸਾਰੇ ਪਦਾਰਥ ਮੇਰੇ ਕੋਲ ਆ ਜਾਵਣ। ਗੁਰਦੇਵ ਜੀ ਆਖਦੇ ਹਨ ਕਿ ਮਨ ਦੀ ਭੁੱਖ ਇਸ ਤਰ੍ਹਾਂ ਮਿਟਦੀ ਨਹੀਂ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਕਿਸੇ ਵਿਰਲੇ ਇਨਸਾਨ ਦੀ ਤ੍ਰਿਸ਼ਨਾ ਹੀ ਬੁੱਝੀ ਹੈ। ਪਦਾਰਥਾਂ ਦੇ ਨਾਲ, ਦੌਲਤ ਦੇ ਨਾਲ, ਧਨ ਦੇ ਨਾਲ ਤ੍ਰਿਸ਼ਨਾ ਕਦੇ ਸ਼ਾਂਤ ਨਹੀਂ ਹੁੰਦੀ। ਤ੍ਰਿਸ਼ਨਾ ਵਿਰਲੇ ਹੀ ਕੇ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ ਮਾਨਾ ਹੋਰੇ, ਪਰੈ ਪਰੈ ਹੀ ਕੋ ਲੁੱਝੀ ਹੈ। ਹੋਰ ਹੋਰ ਦੀ ਆਸ ਮਨੁੱਖ ਨੂੰ ਬਣੀ ਰਹਿੰਦੀ ਹੈ। ਸਾਰੇ ਸੰਸਾਰ ਦਾ ਸੁੱਖ, ਸਾਰੇ ਸੰਸਾਰ ਦੇ ਪਦਾਰਥ ਮਨੁੱਖ ਨੂੰ ਮਿਲ ਜਾਵਣ ਤਾਂ ਵੀ ਉਸਦੇ ਮਨ ਦੀ ਤ੍ਰਿਸ਼ਨਾ ਕਦੇ ਬੁਝਦੀ ਨਹੀਂ ਹੈ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਨੁੱਖ ਦੇ ਪਾਸ ਲੱਖਾਂ ਹੀ ਚਤਰਾਈਆਂ ਹੋਣ, ਲੱਖਾਂ ਹੀ ਸਿਆਣਪਾਂ ਹੋਣ, ਲੇਕਿਨ ਉਸ ਦੇ ਨਾਲ ਲਿਪਦਿਆਂ ਨਹੀਂ ਹਨ। ਪਰਮਾਤਮਾ ਸਭ ਕੁਝ ਜਾਣੀ ਜਾਣ ਹੈ, ਸਾਡੇ ਮਨ ਦੀ ਅਵਸਥਾ ਤੱਕ ਨੂੰ ਜਾਣਦਾ ਹੈ। ਪਰਮਾਤਮਾ ਦੇ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ, ਚਲਾਕੀਆਂ ਦੇ ਨਾਲ ਮਨੁੱਖ ਸਚਿਆਰਾ ਨਹੀਂ ਬਣ ਸਕਦਾ। ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਇੱਕ ਸਵਾਲ ਰੱਖਦੇ ਹਨ, ਫਿਰ ਤਰੀਕਾ ਕਿਹੜਾ ਹੈ, ਢੰਗ ਕਿਹੜਾ ਹੈ, ਯੁਕਤੀ ਕਿਹੜੀ ਹੈ ਜਿਸ ਤਰੀਕੇ ਦੇ ਨਾਲ ਉਸ ਪਰਮ ਪਰਮਾਤਮਾ ਦੇ ਨਾਲ ਅਪੇਤਾ ਹਾਸਲ ਕੀਤੀ ਜਾ ਸਕੇ। ਪਰਮਾਤਮਾ ਸੱਚ ਸਰੂਪ ਹੈ। ਸੱਚ ਸਰੂਪ ਪਰਮਾਤਮਾ ਦੇ ਨਾਲ ਅਪੇਤਾ ਹੋਣ ਵਾਸਤੇ ਸਚਿਆਰਾ ਬਣਨ ਦੀ ਲੋੜ ਹੈ। ਤਾਂ ਗੁਰਦੇਵ ਜੀ ਬਖਸ਼ਿਸ਼ ਕਰਦੇ ਹਨ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਪਾਲ ਦੀਵਾਰ ਨੂੰ ਕਿਹਾ ਜਾਂਦਾ ਹੈ, ਪਰਦੇ ਨੂੰ ਕਿਹਾ ਜਾਂਦਾ ਹੈ। ਪਰਮਾਤਮਾ ਅਤੇ ਆਤਮਾ ਦੇ ਦਰਮਿਆਨ ਇਹ ਜੋ ਕੂੜ ਦੀ ਕੰਧ ਹੈ, ਕੂੜ ਦੀ ਦੀਵਾਰ ਹੈ, ਕੂੜ ਦਾ ਪਰਦਾ ਹੈ, ਇਸ ਨੂੰ ਕਿਵੇਂ ਤੋੜਿਆ ਜਾ ਸਕੇ ਅਤੇ ਕਿਸ ਤਰੀਕੇ ਦੇ ਨਾਲ ਮਨੁੱਖ ਸਚਿਆਰਾ ਬਣ ਸਕਦਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਸਚਿਆਰਾ ਹੋਣ ਵਾਸਤੇ ਜ਼ਰੂਰੀ ਹੈ। ਸੱਚ ਸਰੂਪ ਪਰਮਾਤਮਾ ਦੇ ਨਾਲ ਅਪੇਤਾ ਹਾਸਲ ਕਰਨ ਵਾਸਤੇ, ਸਚਿਆਰਾ ਬਣਨ ਵਾਸਤੇ ਜ਼ਰੂਰੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਰਮਾਤਮਾ ਨੇ ਇਹ ਸੰਸਾਰ ਰਚ ਕੇ, ਇਹ ਦੁਨੀਆ ਰਚ ਕੇ ਨਾਲ ਹੀ ਇਹ ਨਿਯਮ ਬਣਾ ਦਿੱਤਾ
ਕਿ ਜਿਹੜਾ ਮਨੁੱਖ ਇਸ ਨਿਯਮ ਅਨੁਸਾਰ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਗੁਜ਼ਾਰੇਗਾ, ਉਹ ਮਨੁੱਖ ਸਚਿਆਰਾ ਬਣ ਕੇ ਉਸ ਦੇ ਨਾਲ ਅਭੇਦਤਾ ਹਾਸਲ ਕਰ ਸਕਦਾ ਹੈ। ਪਰਮਾਤਮਾ ਦਾ ਉਹ ਹੁਕਮ ਕੀ ਹੈ, ਪਰਮਾਤਮਾ ਦੀ ਉਹ ਰਜ਼ਾ ਕੀ ਹੈ, ਅਗਲੀ ਪੌੜੀ ਵਿੱਚ ਸਤਿਗੁਰੂ ਜੀ ਇਸ ਨੂੰ ਖੋਲ ਕੇ ਸਾਡੇ ਸਾਹਮਣੇ ਰੱਖ ਰਹੇ ਹਨ। ਅੱਜ ਦੇ ਧਾਰਮਿਕ ਮਨੁੱਖ ਦੀ ਹਾਲਤ ਇਹ ਹੈ, ਆਪਣੇ ਆਪ ਨੂੰ ਬਾਹਰੀ ਤੌਰ ਤੇ ਉਹ ਬਹੁਤ ਸਚਿਆਰਾ ਧਾਰਮਿਕ ਅਖਵਾਉਂਦਾ ਹੈ, ਲੇਕਿਨ ਜੋ ਉਸ ਦੀ ਜੀਵਨ ਦਾ ਆਦਰਸ਼ ਹੈ ਉਹ ਧਾਰਮਿਕ ਨਹੀਂ ਹੈ। ਇਸ ਗੱਲ ਨੂੰ ਸਮਝਣ ਵਾਸਤੇ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹਾਂ। ਇੱਕ ਬੱਸ ਦੇ ਅੰਦਰ ਕੁਝ ਸਵਾਰੀਆਂ ਬੈਠੀਆਂ ਹੋਈਆਂ ਹਨ। ਇੱਕ ਹੋਰ ਸਵਾਰੀ ਆ ਕੇ ਉਸ ਬੱਸ ਦੇ ਵਿੱਚ ਚੜ੍ਹਦੀ ਹੈ। ਜਦੋਂ ਸਵਾਰੀ ਬੱਸ ਦੇ ਵਿੱਚ ਬੈਠ ਜਾਂਦੀ ਹੈ ਤਾਂ ਟਿਕਟ ਚੈਕਰ ਉਸ ਦੇ ਪਾਸੋਂ ਟਿਕਟ ਵਾਸਤੇ ਆਖਦਾ ਹੈ ਕਿ ਤੁਸੀਂ ਟਿਕਟ ਕਟਵਾ ਲਵੋ। ਉਹ ਸਵਾਰੀ ਪੈਸੇ ਕੱਢਣ ਵਾਸਤੇ ਆਪਣੀ ਜੇਬ ਵਿੱਚ ਹੱਥ ਪਾਉਂਦੀ ਹੈ, ਲੇਕਿਨ ਉਹ ਵੇਖਦਾ ਹੈ ਕਿ ਉਸ ਦੀ ਜੇਬ ਕੱਟੀ ਗਈ ਹੈ। ਉਹ ਸਵਾਰੀ ਆਖਦੀ ਹੈ ਕਿ ਮੇਰੀ ਤਾਂ ਜੇਬ ਹੀ ਕੱਟੀ ਗਈ ਹੈ। ਟਿਕਟ ਚੈਕਰ ਆਖਦਾ ਹੈ ਕਿ ਇਸ ਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਹੈ, ਤੁਸੀਂ ਆਪਣੀ ਟਿਕਟ ਕਟਵਾ ਲਵੋ। ਕਾਫੀ ਦੇਰ ਇਹ ਬਹਿਸ ਹੁੰਦੀ ਰਹਿੰਦੀ ਹੈ। ਆਖਿਰ ਬੱਸ ਦੇ ਵਿੱਚੋਂ ਇੱਕ ਆਦਮੀ ਖੜਾ ਹੁੰਦਾ ਹੈ। ਉਹ ਪੁੱਛਦਾ ਹੈ, ਭਾਈ ਇਸਨੇ ਕਿੱਥੇ ਕਿ ਜਾਣਾ ਹੈ, ਕਿੰਨੇ ਪੈਸੇ ਇਸ ਦੀ ਟਿਕਟ ਦੇ ਬਣਦੇ ਹਨ। ਟਿਕਟ ਚੈਕਰ ਆਖਦਾ ਹੈ ਕਿ ਇਸ ਦੇ 40 ਰੁਪਏ ਬਣਦੇ ਹਨ। ਉਹ ਸਵਾਰੀ ਆਖਦੀ ਹੈ ਕਿ ਇਸ ਦੇ ਪੈਸੇ ਮੈਂ ਦੇ ਦਿੰਦਾ ਹਾਂ, ਤੁਸੀਂ ਬੱਸ ਨੂੰ ਤੋਰ ਲਓ, ਸਾਰੀਆਂ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਹਨ। ਉਹ ਪੈਸੇ ਦੇ ਦਿੰਦਾ ਹੈ। ਟਿਕਟ ਚੈਕਰ ਉਸ ਨੂੰ ਟਿਕਟ ਦੇ ਦਿੰਦਾ ਹੈ ਅਤੇ ਸਵਾਰੀ ਬੈਠ ਜਾਂਦੀ ਹੈ। ਸਾਰੇ ਹੀ ਲੋਕ ਇਹ ਮਹਿਸੂਸ ਕਰਦੇ ਹਨ ਕਿ ਕਿੰਨਾ ਚੰਗਾ ਬੰਦਾ ਹੈ, ਕਿੰਨਾ ਧਾਰਮਿਕ ਹੈ। ਇਸ ਨੇ ਸਭ ਦਾ ਭਲਾ ਕਰਦਿਆਂ ਹੋਇਆਂ, ਸਾਰਿਆਂ ਦਾ ਟਾਈਮ ਦਾ ਖਿਆਲ ਰੱਖਦਿਆਂ ਹੋਇਆਂ ਪੈਸੇ ਦੇ ਕੇ ਇਸ ਸਵਾਰੀ ਦੀ ਟਿਕਟ ਲਈ ਹੈ। ਅਸਲ ਵਿੱਚ ਉਹ ਦਾਨਵੀਰ ਕੋਈ ਹੋਰ ਨਹੀਂ, ਉਹ ਜੇਬ ਕਤਰਾ ਸੀ। ਪਹਿਲਾਂ ਉਸਨੇ ਉਸ ਮਨੁੱਖ ਦੀ ਜੇਬ ਕੱਟੀ, ਫਿਰ ਸਾਰਿਆਂ ਦੇ ਸਾਹਮਣੇ ਚੰਗਾ ਬਣਨ ਵਾਸਤੇ ਉਸ ਦੀ ਟਿਕਟ ਦੇ ਪੈਸੇ ਦਿੱਤੇ। ਅੱਜ ਦੇ ਧਾਰਮਿਕ ਮਨੁੱਖ ਦੀ ਹਾਲਤ ਵੀ ਇਹੀ ਹੈ। ਮਾਥੇ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਮ ਖਲੋਣਾ ਜਾਣਾ। ਬਾਹਰ ਨੂੰ ਦੇਖਣ ਵਾਸਤੇ ਉਹ ਬਹੁਤ ਧਾਰਮਿਕ ਲੱਗਦੇ ਹਨ, ਧਾਰਮਿਕ ਚਿੰਨ੍ਹ ਪਹਿਨਦੇ ਹਨ, ਧਾਰਮਿਕ ਲਿਬਾਸ ਪਹਿਨਦੇ ਹਨ, ਲੇਕਿਨ ਉਹਨਾਂ ਦੇ ਅੰਦਰ ਕੋਈ ਧਾਰਮਿਕਤਾ ਨਾਮ ਦੀ ਚੀਜ਼ ਨਹੀਂ ਹੈ। ਇਸੇ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਲਕ ਭਾਗ ਨੂੰ ਆਖਿਆ ਸੀ ਕਿ ਲੋਕਾਂ ਦਾ ਖੂਨ ਚੂਸ ਕੇ ਤੂੰ ਜੋ ਇਹ ਭੰਡਾਰੀ ਕਰਦਾ ਹੈ, ਤੂੰ ਜੋ ਇਹ ਮਹਾਨ ਜਗ ਕਰਦਾ ਹੈ, ਪਰਮਾਤਮਾ ਦੀ ਹਜ਼ੂਰੀ ਵਿੱਚ ਇਹ ਪ੍ਰਵਾਨ ਨਹੀਂ ਹੈ। ਅੱਜ ਦੀ ਪੌੜੀ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਬਾਹਰੀ ਸਰੀਰ ਧੋਣ ਦੇ ਨਾਲ ਸਰੀਰ ਸੁੱਚਾ ਨਹੀਂ ਹੁੰਦਾ। ਚੁੱਪ ਧਾਰਨ ਕਰਨ ਦੇ ਨਾਲ ਮਨ ਚੁੱਪ ਨਹੀਂ ਹੁੰਦਾ। ਮਨ ਦੇ ਜੋ ਫੁਰਨੇ ਹਨ ਉਹ ਥਿਰ ਨਹੀਂ ਹੁੰਦੇ। ਸੰਸਾਰ ਦੇ ਸਾਰੇ ਹੀ ਪਦਾਰਥ ਨੂੰ ਕਿਉਂ ਨਾ ਇਕੱਠੇ ਕਰ ਲਵੇ, ਉਸ ਦੀ ਮਨ ਦੀ ਭੁੱਖ ਨਹੀਂ ਮਿਟਦੀ। ਕਿਤਨੀ ਵੀ ਚਤਰਾਈਆਂ ਜਾਂ ਸਿਆਣਪਾਂ ਹੋਣ, ਮਨੁੱਖ ਦੇ ਨਾਲ ਨਿਭਦੀਆਂ ਨਹੀਂ ਹਨ। ਫਿਰ ਸਚਿਆਰਾ ਕਿਵੇਂ ਹੋ ਜਾਵੇ? ਪਰਮਾਤਮਾ ਦੇ ਹੁਕਮ ਵਿੱਚ ਰਿਹਾ, ਪਰਮਾਤਮਾ ਦੀ ਰਜ਼ਾ ਵਿੱਚ ਰਿਹਾ, ਅਤੇ ਇਹ ਹੁਕਮ ਅਤੇ ਰਜ਼ਾ ਧੁਰ ਤੋਂ ਹੀ ਪਰਮਾਤਮਾ ਨੇ ਸਾਡੇ ਨਾਲ ਲਿਖੀ ਹੈ ਕਿ ਹੁਕਮ ਵਿੱਚ ਰਿਹਾ ਹੀ ਮਨੁੱਖ ਸਚਿਆਰਾ ਹੋ ਸਕਦਾ ਹੈ। ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਹੀ ਮਨੁੱਖ ਸਚਿਆਰਾ ਬਣ ਸਕਦਾ ਹੈ। ਤੇ ਇਸ ਤਰੀਕੇ ਦੇ ਨਾਲ ਕੂੜ ਦੀ ਦੀਵਾਰ ਨੂੰ ਤੋੜ ਕੇ ਸਚਿਆਰਾ ਜੀਵਨ ਜਿਉਂ ਕੇ ਵਾਹਿਗੁਰੂ ਪਰਮਾਤਮਾ